ਬੀਤੇ ਦਿਨਾਂ ਦੇ ਵਿੱਚ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਦੀ ਗ੍ਰਿਫਤਾਰੀ ਹੋਈ ਹੈ ਤੇ ਇਸ ਗੱਲ ਨੂੰ ਲੈ ਕੇ ਲਗਾਤਾਰ ਸਿਆਸਤ ਭਖੀ ਹੋਈ ਹੈ। ਤੇ ਦੱਸ ਦਈਏ ਕਿ ਇੱਕ ਵਕੀਲ ਦਾ ਵੱਡਾ ਬਿਆਨ ਸਾਹਮਣੇ ਆਇਆ ਤੇ ਉਹਨਾਂ ਨੇ ਸੁਖਪਾਲ ਖਹਿਰਾ ਦੇ ਖਿਲਾਫ ਕਈ ਸਬੂਤ ਵੀ ਹੈ ਜਿਹੜੇ ਪੇਸ਼ ਕੀਤੇ ਨੇ ਤੇ ਮੀਡੀਆ ਦੇ ਨਾਲ ਗੱਲਬਾਤ ਕੀਤੀ ਗਈ ਅਤੇ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਦੇ ਖਿਲਾਫ ਹਮੇਸ਼ਾ ਹੀ ਉਹਨਾਂ ਦੇ ਵੱਲੋਂ ਭੱਦੀ ਸ਼ਬਦਾਵਲੀ ਜਿਹੜੀ ਵਰਤੀ ਗਈ ਹੈ ਅਤੇ ਜਿਸ ਦੇ ਵਿੱਚ ਕਈ ਜਿਹੜੇ ਪ੍ਰਦਰਸ਼ਨ ਆ ਉਸਦੇ ਵਿੱਚ ਵੀ ਕਟਾਰੂ ਚੱਕ ਮੰਤਰੀ ਨੂੰ ਲੈ ਕੇ ਕਈ ਜਿਹੜੇ ਪ੍ਰਦਰਸ਼ਨ ਆ ਉਸਦੇ ਵਿੱਚ ਵੀ ਜਿਹੜੀ ਭੱਦੀ ਸ਼ਬਦਾਵਲੀ ਵਰਤੀ ਗਈ ਹੈ ਤੇ ਅਜਿਹੇ ਜਿਹੜੇ ਬਿਆਨ ਆ ਵਕੀਲ ਦੇ ਆ ਰਹੇ ਨੇ ਆਓ ਸੁਣਦੇ ਆ ਪੂਰਾ ਮੁੱਦਾ ਹੋਰ ਕੀ ਹੈ। ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਸੁਖਪਾਲ ਸਿੰਘ ਖਹਿਰਾ ਜਿੰਨੇ ਵੀ ਚਾਹੇ ਪੋਲੀਟੀਕਲ ਲੀਡਰ ਆ ਪੰਜਾਬ ਦੇ ਵਿੱਚ ਸਭ ਤੋਂ ਵੱਧ ਜੇ ਕਿਸੇ ਬੰਦੇ ਦੇ ਜੁਡੀਸ਼ਰੀ ਦੇ ਵਿੱਚ ਜੇ ਲਿੰਕ ਆ ਤਾਂ ਮੰਨੇ ਜਾਂਦੇ ਆ ਸੁਖਪਾਲ ਸਿੰਘ ਖਹਿਰਾ। ਤਾਂ ਸੁਖਪਾਲ ਸਿੰਘ ਖਹਿਰਾ ਨੂੰ ਪਹਿਲਾਂ ਤੋਂ ਹੀ ਇੰਟੈਲ ਸੀ ਜਾਂ ਉਹਨਾਂ ਨੂੰ ਪਹਿਲਾਂ ਤੋਂ ਹੀ ਇਨਫੋਰਮੇਸ਼ਨ ਸੀਗੀ। ਉਹਨਾਂ ਨੇ ਇਸ ਦਿਨ ਲਈ ਹਾਂ ਇਹ ਜ਼ਰੂਰ ਹੈ ਉਹਨਾਂ ਨੂੰ ਅਰੈਸਟ ਦਾ ਦਿਨ ਨਹੀਂ ਪਤਾ ਹੋਊਗਾ ਕਿ ਅਚਨਚੇਤ ਇੱਦਾਂ ਆ ਕੇ ਅਰੈਸਟ ਕਰਨਗੇ, ਪਰ ਉਹਨਾਂ ਨੂੰ ਇਸ ਚੀਜ਼ ਦਾ ਪਹਿਲਾਂ ਪਤਾ ਸੀਗਾ ਕਿ ਕਾਰਵਾਈ ਹੋਣੀ। ਉਹ ਕਾਰਵਾਈ ਕਿੱਦਾਂ ਪਤਾ ਸੀਗਾ ਉਹ ਮੈਂ ਤੁਹਾਨੂੰ ਪ੍ਰੂਵ ਵੀ ਕਰ ਦੂੰਗਾ, ਡਾਕੂਮੈਂਟਸ ਵੀ ਹੈਗੇ ਆ। ਤਾਂ ਉਹਨਾਂ ਨੇ ਬੇਸਿਕਲੀ ਹੁਣ ਤੋਂ 1 ਮਹੀਨਾ 1.5 ਮਹੀਨਾ ਪਹਿਲਾਂ ਤੋਂ ਇਸ ਚੀਜ਼ ਦਾ ਜਿਹੜਾ ਆ ਪੈਰ ਬੰਨਣੇ ਸ਼ੁਰੂ ਕਰ ਦਿੱਤੇ ਸੀਗੇ। ਕੀ ਹੁੰਦਾ ਜੀ, ਕਿਉਂਕਿ ਉਹਨਾਂ ਨੂੰ ਖੁਦ ਨੂੰ ਪਤਾ ਕਿ ਉਹ ਗਿਲਟੀ ਹੈ ਇਸ ਕੇਸ ਦੇ ਵਿੱਚ। ਹੁਣ ਜਿਹੜਾ ਬੰਦਾ ਗਿਲਟੀ ਹੁੰਦਾ ਹੈ ਉਹਨਾਂ ਨੂੰ ਹੁਣ ਕਿਸੇ ਤੇ ਬਲੇਮ ਪਾਉਣਾ ਸੀਗਾ। ਸਭ ਤੋਂ ਸੌਖਾ ਬਲੇਮ ਪਾਉਣਾ ਕਿਹਦੇ ਤੇ ਹੁੰਦਾ ਕਿ ਜਿਹੜਾ ਬੰਦਾ ਪਾਵਰ ਤੇ ਉੱਤੇ ਇਲਜ਼ਾਮ ਲਾ ਦਿਓ। ਹੁਣ ਤੁਸੀਂ ਆਪ ਮੰਨ ਕੇ ਚੱਲੋ ਕਿ ਤੁਸੀਂ ਵੀ ਸਿਆਸਤ ਕਦੋਂ ਦੀ ਕਵਰ ਕਰਦੇ ਆ, ਕਿੰਨੇ ਲੀਡਰਾਂ ਦੀ ਇੰਟਰਵਿਊ ਕੀਤੀ ਹੋਣੀ ਹੈ, ਤੁਸੀਂ ਦੇਖਿਆ ਕਿ ਇੱਕ ਲੀਡਰ ਆਪਣਾ ਮਿਆਰ ਤੋਂ ਇੱਕ ਲੈਵਲ ਹੁੰਦਾ ਉਸ ਲੈਵਲ ਤੋਂ ਥੱਲੇ ਨਹੀਂ ਗਿਰਦਾ ਕਦੀ ਵੀ, ਲੈਂਗੁਏਜ 'ਚ ਵੀ ਗਾਲਾਂ ਨਹੀਂ ਕੱਢਣ ਲੱਗ ਪੈਂਦਾ। ਤੁਸੀਂ ਇੱਕ ਚੀਜ਼ ਨੋਟਿਸ ਕਰਿਓ ਇਹਨਾਂ ਦੀ ਹਿਸਟਰੀ ਦੇਖ ਕੇ, ਜਿੰਨੀਆਂ ਵੀ ਪਿਛਲੇ ਮਹੀਨੇ ਡੇਢ ਤੋਂ ਇਹਨਾਂ ਨੇ ਬਹੁਤ ਅਬਿਊਜ਼ਿਵ ਲੈਂਗੁਏਜ ਰੈਲੀਆਂ ਤੇ ਜਾ ਕੇ, ਜਿੱਦਾਂ ਮਿਨਿਸਟਰ ਕਟਾਰੂ ਚੱਕ ਸੀਗੇ ਉਹਨਾਂ ਦੇ ਖਿਲਾਫ ਕਿੱਦਾਂ ਇੱਦਾਂ ਅੱਜ ਤੱਕ ਕਦੀ ਸੁਣਿਆ, ਕਦੀ ਦੇਖਿਆ ਕਿਤੇ? ਉਹ ਬੇਸਿਕਲੀ ਮੁੱਦਾ ਇਹ ਨਹੀਂ ਸੀ ਕਿ ਉਹਨਾਂ ਖਿਲਾਫ ਬੋਲਣਾ, ਮੁੱਦਾ ਇਹ ਬਣਾਉਣਾ ਸੀਗਾ ਕਿ ਕੱਲ ਨੂੰ ਜਦੋਂ ਕਾਰਵਾਈ ਹੋਵੇ ਤਾਂ ਮੈਂ ਇਲਜ਼ਾਮ ਕਿਹਦੇ ਤੇ ਲਾਉਣਾ, ਇਨੋਸੈਂਸ ਕਿੱਦਾਂ ਪ੍ਰੂਵ ਕਰੂੰਗਾ ਆਪਣੀ, ਕਿਉਂਕਿ ਗਿਲਟੀ ਤੇ ਉਹ ਹੈਗੇ ਆ। ਤੇ ਉਹਨਾਂ ਨੇ ਹੁਣ ਕਿਸੇ ਤੇ ਇਲਜ਼ਾਮ ਲਾਉਣਾ, ਉਹਨਾਂ ਦੇਖਿਆ ਕਿ ਪਾਵਰ 'ਚ ਬੰਦੇ ਕਿਹੜੇ ਆ। ਜਿੱਦਾਂ ਹੁਣ ਇੱਕ ਨਾਮ ਰੱਟ ਲਿਆ ਆ CM ਭਗਵੰਤ ਮਾਨ ਦਾ। ਹੁਣ ਉਹਨਾਂ ਕਹਿਤਾ ਜੀ ਮੈਂ ਉਹਨਾਂ ਦੀ ਵਾਈਫ ਬਾਰੇ ਬੋਲਿਆ ਆ ਤੇ ਤਾਂ ਮੇਰੇ ਖਿਲਾਫ ਕਾਰਵਾਈ। ਕਦੀ ਮਤਲਬ ਮੈਂ ਹੁਣ ਬਿਲਕੁਲ ਲੀਗਲ ਪੁਆਇੰਟ ਆਫ ਵਿਊ ਤੋਂ ਆਪਾਂ ਸ਼ੁਰੂ ਕਰਦੇ ਹਾਂ ਬਿਲਕੁਲ ਕੇਸ ਦੀ ਇਹਨਾਂ ਦੀ। ਮੈਂ ਤੁਹਾਨੂੰ ਪਹਿਲਾਂ ਸਮਝਾਉਣਾ ਚਾਹੁੰਦਾ ਕੇਸ ਹੈ ਕੀ। 2015 'ਚ 5 ਤਰੀਕ 3 ਮਹੀਨਾ ਜਿਹੜਾ ਆ ਉਹ ਇੱਕ ਪਰਚਾ ਦਰਜ ਹੁੰਦਾ ਆ NDPS ਐਕਟ ਦਾ, ਫਾਜ਼ਿਲਕਾ ਜਲਾਲਾਬਾਦ ਸਦਰ ਜਿਹੜਾ ਥਾਣਾ ਆ ਉੱਥੇ। ਉਹ ਪਰਚਾ ਜਿਹੜਾ ਆ ਉਹ ਪਰਚੇ ਦੇ ਵਿੱਚ 11 ਜਾਣਿਆਂ ਤੇ FIR ਹੁੰਦੀ, ਉਹ 'ਚ ਸੁਖਪਾਲ ਖਹਿਰੇ ਦਾ ਨਾਂ ਨਹੀਂ ਸੀ। ਪਰ ਉਹ ਤੋਂ ਐਗਜ਼ੈਕਟਲੀ 4 ਦਿਨ ਬਾਅਦ ਇੱਕ ਜਿਮਨੀ ਬੇਸਿਕਲੀ ਇਜ਼ ਨਾਟ ਅ ਪਬਲਿਕ ਡਾਕੂਮੈਂਟ ਕਿ ਜਿੱਦਾਂ FIR ਆ ਉਹਦੀ ਐਕਸੈਸ ਹੁੰਦਾ, ਜਿਮਨੀ ਦਾ ਨਹੀਂ ਹੁੰਦਾ। ਪਰ ਉਹ ਲੇਟਰ ਔਨ ਉਹ ਵੀ ਚੀਜ਼ ਤੁਹਾਨੂੰ ਜਿਮਨੀ ਦੀ ਵੀ ਇੱਕ ਕਾਪੀ ਤੇ ਉਹਦੇ ਜਿਹੜੇ ਬਿਆਨ ਹੈ ਉਹ ਵੀ ਤੁਹਾਨੂੰ ਦਿਖਾਊਂਗਾ ਕਿ 9 ਤਰੀਕ ਨੂੰ ਉਹ ਜਿਮਨੀ ਜਿਹੜੀ ਕੇਸ ਡਾਇਰੀ ਉਹਦੇ ਵਿੱਚ ਜਿਹੜੇ SP ਉਦੋਂ DSP ਸੀਗੇ ਅਜਮੇਰ ਸਿੰਘ, ਉਹਨਾਂ ਨੇ ਉਹ ਬਕਾਇਦਾ ਮੈਂਸ਼ਨ ਕੀਤਾ ਉਹ ਜਿਮਨੀ ਨੰਬਰ 5 9 ਤਰੀਕ 3 ਮਹੀਨਾ 2015 ਕਿ ਜਿੱਦਾਂ ਆਪਾਂ ਇਸ ਕੇਸ ਦੀ ਪੜਤਾਲ ਕਰਦੇ ਆ ਤਾਂ ਸਾਰੇ ਜਿਹੜੇ ਇਸ਼ਾਰੇ ਆ ਉਹ ਸੁਖਪਾਲ ਸਿੰਘ ਖਹਿਰੇ ਵੱਲ ਜਾਂਦੇ ਆ। ਉਹਦੇ ਲਈ ਹਾਈ ਕੋਰਟ ਦੀ ਜਿਹੜੀ ਇਹਨਾਂ ਨੇ ਸੁਖਪਾਲ ਖਹਿਰੇ ਦੀ ਪਾਈ ਹੋਈ ਇਸ ਚੀਜ਼ ਤੇ ਮੈਂ ਆਰਡਰ ਵਾਈਜ਼ ਆਰਡਰ ਚੱਲੂੰਗਾ ਬਿਲਕੁਲ ਹੀ। ਤਾਂ ਉਹਨਾਂ ਨੇ ਇਹ ਕਿਹਾ ਕਿ ਸਾਰੀ ਜਿਹੜੀ ਚੀਜ਼ਾਂ ਆ ਉਹ ਸੁਖਪਾਲ ਖਹਿਰੇ ਵੱਲ ਇਸ਼ਾਰਾ ਕਰਦੀਆਂ। ਉਹਨਾਂ ਨੇ ਇਹ ਗੱਲ ਆਪਣੇ SSP ਨੂੰ ਦੱਸੀ, ਬਠਿੰਡਾ ਜ਼ੋਨ ਦੇ IG, ਉਹਨਾਂ ਨੇ ਇੱਕ ਸਿੱਟ ਬਣਾਤੀ। ਸਿੱਟ ਨੇ ਪੜਤਾਲ ਸ਼ੁਰੂ ਕਰਤੀ ਆਪਣੀ। ਹੁਣ ਤੁਸੀਂ ਇਹ ਦੇਖੋ ਕਿ ਤੁਸੀਂ ਇੱਕ ਨੋਰਮਲ ਗੱਲ ਕਰਦੇ ਆ ਕਿ ਉਹ ਜਿਹੜੇ 11 ਬੰਦੇ ਸੀ 11 ਬੰਦਿਆਂ 'ਚ ਸੁਖਪਾਲ ਖਹਿਰੇ ਦਾ ਨਾਮ ਨਹੀਂ ਸੀ। ਹੁਣ ਸੁਖਪਾਲ ਖਹਿਰੇ ਦਾ ਜਦੋਂ FIR ਦੇ ਵਿੱਚ ਨਾਮ ਹੀ ਹੈ ਨਹੀਂ ਸੀਗਾ ਤਾਂ ਸੁਖਪਾਲ ਸਿੰਘ ਖਹਿਰਾ ਇਸ ਰਿਟ ਪਟੀਸ਼ਨ ਦੇ ਰਾਹੀਂ ਆ ਜਿਹੜੀ ਕਾਪੀ ਹੈ ਤੁਸੀਂ ਦੇਖ ਸਕਦੇ ਕਿੰਨੇ ਪੇਜ ਆ, ਇਹ ਸੁਖਪਾਲ ਸਿੰਘ ਖਹਿਰਾ ਦੀ ਤਿਆਰ ਕੀਤੀ ਹੋਈ ਹੈ। ਇਹ ਸੁਖਪਾਲ ਸਿੰਘ ਖਹਿਰਾ ਨੇ ਜਦੋਂ ਉਹਨਾਂ ਦਾ ਪਰਚੇ 'ਚ ਨਾਮ ਹੀ ਨਹੀਂ ਸੀਗਾ ਤਾਂ ਉਹਨਾਂ ਨੇ ਹਾਈ ਕੋਰਟ ਕਿਉਂ ਅਪਰੋਚ ਕੀਤੀ ਕਿ CBI ਨੂੰ ਮਾਮਲਾ ਜਿਹੜਾ ਆ ਉਹਨਾਂ ਨੂੰ ਦੇ ਦਿੱਤਾ ਜਾਵੇ। ਜਦੋਂ ਇਸ ਕੇਸ ਦੇ ਵਿੱਚ SSP ਨੇ ਆ ਕੇ ਬਿਆਨ ਦਿੱਤਾ, ਐਫੀਡੇਵਿਟ ਤੇ ਦਿੱਤਾ ਕਿ ਅਸੀਂ ਤੇ ਅਜੇ ਪੜਤਾਲ ਸ਼ੁਰੂ ਕੀਤੀ ਹੈ, ਅਜੇ ਤਾਂ ਕਿਸੇ ਦਾ ਨਾਮ ਜਿਹੜੇ ਹੈਗੇ FIR 'ਚ ਉਹ ਤਾਂ ਹੈਗੇ ਆ। ਜਦੋਂ ਕਿਸੇ ਦਾ ਨਾਮ ਹੀ ਨਹੀਂ ਲਿਆ, ਜਦੋਂ ਇਹਨਾਂ ਦਾ ਨਾਮ ਆਊਗਾ ਉਦੋਂ ਇਹ ਆ ਕੇ ਆਪਣਾ ਜੋ ਇਹਨੂੰ ਕੰਟੈਸਟ ਕਰਨਾ ਚਾਹੁੰਦੇ ਕਰ ਲੈਣ। ਉਹਨਾਂ ਨੇ ਉਹ ਐਫੀਡੇਵਿਟ ਤੇ ਲਿਖ ਕੇ ਦਿੱਤਾ। ਉਹਨਾਂ ਨੂੰ ਜਦੋਂ ਇਹ ਸ਼ੋਰਿਟੀ ਹੋ ਗਈ ਸੁਖਪਾਲ ਖਹਿਰਾ ਨੂੰ ਕਿ ਮੇਰਾ ਪਰਚੇ 'ਚ ਨਾਮ ਨਹੀਂਗਾ ਤੇ ਉਹਨਾਂ ਨੇ ਉਹਨੂੰ ਵਿਡਰਾਅ ਕਰ ਲਿਆ। ਹੁਣ ਤੁਸੀਂ ਕਦੀ ਇੱਦਾਂ ਹੋ ਸਕਦਾ ਹੈ ਕਿ ਤੁਹਾਡਾ ਕੋਈ ਯਾਰ ਦੋਸਤ ਹੋਵੇ ਦੂਰੋਂ ਨੋਨ, ਉਹ 'ਤੇ ਪਰਚਾ ਹੋ ਜੇ ਪਰ ਤੁਸੀਂ ਆਪਣੇ ਵਕਾਲਤਨਾਮਾ ਤੁਸੀਂ ਸਾਈਨ ਕਰਕੇ ਤੇ ਉਹਦੇ ਬਿਹਾਫ ਤੇ ਤੁਸੀਂ ਕੇਸ ਲਾ ਦਿਓ? ਨਹੀਂ ਲਾ ਸਕਦੇ।
ਜਿਹਦਾ ਪਰਚੇ 'ਚ ਨਾਮ ਆ। ਤੋ ਇਹ ਤੋਂ ਇਹ ਪਤਾ ਲੱਗਦਾ ਕਿ ਉਹਨਾਂ ਦੇ ਦਿਲ ਦੇ ਵਿੱਚ ਗਿਲਟ ਸੀਗਾ, ਉਹਨਾਂ ਨੂੰ ਪਤਾ ਸੀਗਾ ਮੈਂ ਕਿਤੇ ਨਾ ਕਿਤੇ ਇਨਵੋਲਵ ਹੋਇਆ, ਤਾਂ ਹੀ ਆ ਜਿਹੜੀ ਰਿਟ ਪਟੀਸ਼ਨ ਪਾਈ। ਬਾਅਦ 'ਚ ਵਿਡਰੋ ਇਸ ਕਰਕੇ ਕਰ ਲਈ ਉਹਨਾਂ ਨੇ ਕਿ ਉਹਨਾਂ ਨੂੰ ਇਹ ਪਤਾ ਲੱਗ ਗਿਆ ਮੇਰਾ ਨਾਮ ਨਹੀਂਗਾ। ਠੀਕ ਹੈ ਜੀ। ਉਸ ਤੋਂ ਬਾਅਦ 2017 ਉਹਨਾਂ ਨੇ ਆਪਣੀ ਜਿਹੜੀ ਜੋ ਵੀ ਰਿਪੋਰਟ ਪੇਸ਼ ਕਰਨੀ ਹੋਊਗੀ ਕੋਰਟ ਦੇ ਸਾਹਮਣੇ ਕੀਤੀ। ਉਹਦੇ ਵਿੱਚ ਉਹਨਾਂ ਨੇ ਜਿਹੜੇ ਐਵੀਡੈਂਸਿਸ ਆਪਾਂ ਕਹਿੰਦੇ ਆ ਉਹਨਾਂ ਨੂੰ ਲੱਗੇ ਕਿ ਇਹ ਯਾਰ ਵੈਲਿਡ ਆ। ਕਾਰਨ ਇਹ ਆ ਕਿ ਉਹ 319 ਦੀ ਇੱਕ ਐਪਲੀਕੇਸ਼ਨ ਮੂਵ ਕਰਦਾ ਆ, ਉਹਦੇ ਵਿੱਚ ਜੱਜ ਸਾਹਿਬ ਇਹ ਆਰਡਰ ਪਾਸ ਕਰਦੇ ਆ, ਉਹਨੂੰ ਨੌਨ ਅਵੇਲੇਬਲ ਵਾਰੰਟ ਇਸ਼ੂ ਕਰ ਦਿੰਦੇ ਸੁਖਪਾਲ ਖਹਿਰਾ ਨੂੰ। ਹੁਣ ਇੱਥੇ ਜੀ ਟਾਈਮਿੰਗ ਬਹੁਤ ਮਾਇਨੇ ਰੱਖਦੀ ਏ ਉਸ ਆਰਡਰ ਦੀ। ਆਰਡਰ ਜਿਹੜਾ ਆ ਜਿੱਦਣ ਆਰਡਰ ਪਾਸ ਹੁੰਦਾ, ਉਹ ਮੈਂ ਇੱਥੋਂ ਪ੍ਰੂਵ ਵੀ ਕਰ ਸਕਦਾ ਆ ਕਿ ਉਹ ਜਿੱਦਣ ਆਰਡਰ ਪਾਸ ਕਰਦੇ ਜੱਜ ਸਾਹਿਬ, ਆਰਡਰ ਦੀ ਕਾਪੀ ਇਹ ਜੀ, ਉਹ ਆਹ ਆਰਡਰ ਸੀਗਾ ਜੀ। ਇਹਦੇ ਵਿੱਚ ਜੱਜ ਸਾਹਿਬ ਆਰਡਰ ਪਾਸ ਕਰਦੇ ਹੋਏ ਲਿਖਦੇ ਆ, as the things stand out, this FIR 35 was registered and challan against 10 accused were presented by mentioning that after investigation challan against the remaining accused will be filed। ਉਹ ਕਹਿ ਰਹੇ ਆ ਕਿ 10 ਦੇ ਖਿਲਾਫ ਚਲਾਨ ਪੇਸ਼ ਹੋ ਗਏ ਤੇ ਉਹਨਾਂ ਨੇ ਮੈਂਸ਼ਨਿੰਗ ਕੀਤੀ ਹੈ ਸਟੇਟ ਦੇ ਕਿ ਜਿਹੜੇ ਬਾਕੀ ਅਕਿਊਜ਼ ਜਿਹੜੇ ਐਡੀਸ਼ਨਲ ਅਕਿਊਜ਼ਡ ਹੈ ਜਿਹੜੇ 319 ਚ ਉਹਨਾਂ ਨੇ ਸੱਦੇ, ਜੇ ਸੁਖਪਾਲ ਖਹਿਰਾ ਦਾ ਨਾਮ ਸੀ, ਉਹਨਾਂ ਦੇ ਪੀਏ ਦਾ ਨਾਮ ਸੀ, ਉਹਨਾਂ ਦੇ ਪੀਐਸਓ ਦਾ ਨਾਮ ਸੀ, ਗੁਰਦੇਵ ਸਿੰਘ ਦੇਬੀ ਦੀ ਸਿਸਟਰ ਦਾ ਨਾਮ ਸੀ, ਇੱਕ ਮੇਜਰ ਸਿੰਘ ਬਾਜਵਾ ਜਿਹੜਾ ਨਸ਼ਾ ਵੇਚਦਾ ਉਹਦਾ ਨਾਮ ਸੀ, ਉਹਨਾਂ ਖਿਲਾਫ ਅਸੀਂ ਜਿਹੜਾ ਚਲਾਨ ਪੇਸ਼ ਕਰਾਂਗੇ। ਉਹ ਅੱਗੇ ਲਿਖਦੇ ਆ ਕਿ ਵਾਈਡ ਮਾਈ ਸੈਪਰੇਟ ਜਜਮੈਂਟ ਆਲ ਦੀ ਅਕਿਊਜ਼ਡ ਅਗੇਂਸਟ whom the ਚਲਾਨ ਵਰ ਪ੍ਰੈਜ਼ੈਂਟਡ ਐਕਸੈਪਟ ਵਨ ਆਰ ਕਨਵਿਕਟਡ ਟੁਡੇ। ਇੱਥੇ ਜੱਜ ਸਾਹਿਬ ਇਹ ਗੱਲ ਕਰਦੇ ਆ ਕਿ ਸਿਰਫ ਤੇ ਸਿਰਫ ਉਹ ਜਿਹੜੇ ਅਕਿਊਜ਼ਡ ਆ ਉਹਨਾਂ ਨੂੰ ਕਨਵਿਕਟ ਕੀਤਾ ਗਿਆ। ਇਹ ਆਰਡਰ ਇਸ ਗੱਲ ਦਾ ਪ੍ਰੂਫ ਆ ਕਿ ਉਹਨਾਂ ਨੂੰ ਕਨਵਿਕਟ ਕੀਤਾ ਗਿਆ। ਕਨਵਿਕਸ਼ਨ ਕੀ ਹੁੰਦੀ ਜੀ? ਕਨਵਿਕਸ਼ਨ ਇਹ ਕਿ ਤੈਅ ਹੋ ਗਿਆ ਕਿ ਹਾਂਜੀ ਇਹ ਬੰਦਾ ਗਿਲਟੀ ਹੈ, ਪਰ ਉਹਨਾਂ ਨੂੰ ਅਜੇ ਸਜ਼ਾ ਨਹੀਂ ਸੁਣਾਈ ਸੀਗੀ। ਕੇਸ ਉਦੋਂ ਖਤਮ ਹੁੰਦਾ ਜਦੋਂ ਬੰਦੇ ਨੂੰ ਸਜ਼ਾ ਸੁਣਾ ਦਿੰਦੇ। ਸੋ ਕਨਵਿਕਸ਼ਨ ਦੇ ਉੱਤੇ ਜਦੋਂ ਖੜਾ ਸੀ ਕੇਸ, ਉਦੋਂ ਆਰਡਰ ਡਿਸਾਈਡ ਹੋਇਆ 319 ਦਾ ਐਂਡ ਇਹਨਾਂ ਨੂੰ ਨੌਨ ਅਵੇਲੇਬਲ ਵਾਰੰਟ ਇਸ਼ੂ ਕੀਤੇ ਗਏ। ਨੌਨ ਅਵੇਲੇਬਲ ਵਾਰੰਟ ਜਿਹੜੇ ਸੈਂਟੈਂਸ ਤੋਂ ਪਹਿਲਾਂ ਇਸ਼ੂ ਕੀਤੇ ਗਏ, ਸੈਂਟੈਂਸ ਬਾਅਦ ਚੋਂ ਜਿਹੜੀ ਇਹ ਕੀਤੀ ਗਈ। ਹੁਣ ਸੈਂਟੈਂਸ ਤੋਂ ਬਾਅਦ ਕੀਤੀ ਗਈ ਤੇ ਇਹ ਚਲ ਗਏ ਹਾਈ ਕੋਰਟ ਨੌਨ ਅਵੇਲੇਬਲ ਵਾਰੰਟਸ ਦੇ ਅਗੇਂਸਟ ਇਸ ਪਟੀਸ਼ਨ ਰਾਹੀਂ ਸੁਖਪਾਲ ਸਿੰਘ ਖਹਿਰਾ ਦੀ। ਨੰਬਰ ਇਹ ਤੁਹਾਨੂੰ ਮੈਂ ਕਾਪੀ ਜਿਹੜੀਆਂ ਆ ਫਾਰਵਰਡ ਵੀ ਕਰ ਦੂੰਗਾ। ਇਹਦੇ ਵਿੱਚ ਉਹਨਾਂ ਨੇ ਹਾਈ ਕੋਰਟ ਨੇ ਉਹਨਾਂ ਦਾ ਵਿਊ ਆ ਜੱਜ ਸਾਹਿਬ ਦਾ, ਉਹ ਕਹਿੰਦੇ ਆ ਕਿ ਡਿਟੇਲਸ ਆਫ ਕਾਲਸ ਬਿਟਵੀਨ ਐਡੀਸ਼ਨਲ ਅਕਿਊਜ਼ਡ ਪਰਸਨ, additional accused person is Sukhpal Khera and the convicted accused person is Gurdev Singh Debi are matter which cannot be taken lightly in the wake of drug smuggling across Pakistan border। ਕਿਉਂਕਿ ਪਾਕਿਸਤਾਨ ਦੇਸ਼ ਦੇ ਨਾਲ ਜਿਹੜੀ ਇਨਵੋਲਵਮੈਂਟ ਆ ਉੱਥੋਂ ਕ੍ਰਾਸ ਬਾਰਡਰ ਜਿਹੜੀ ਸਮਗਲਿੰਗ ਹੁੰਦੀ ਹੈ ਕੋਈ ਛੋਟੀ ਗੱਲ ਨਹੀਂ ਗੀ। ਇਸ ਕਰਕੇ ਉਸ ਤੋਂ ਬਾਅਦ ਉਹਨਾਂ ਨੇ ਵਿਊ ਲਿਆ ਕਿ ਜਿਹੜੀਆਂ ਸਟੇਟਮੈਂਟਸ ਦਿੱਤੀਆਂ ਸੀ ਐਸਪੀ ਅਜਮੇਰ ਸਿੰਘ ਦੀ ਜਿਮਨੀ ਦੀ, ਮੈਂ ਕਿ ਤੁਹਾਨੂੰ ਗੱਲ ਕੀਤੀ ਸੀਗੀ, ਉਹਦਾ ਸਾਰਾ ਵੇਰਵਾ ਇੱਥੇ ਲਿਖਿਆ ਆਇਆ ਕਿ ਸਿੱਟ ਕਿੱਦਾਂ ਬਣੀ। ਆ ਤੁਸੀਂ ਡਾਕੂਮੈਂਟ ਦੇ ਪੇਜ ਦੇਖ ਲਿਓ, ਪੇਜ ਨੰਬਰ 25 ਤੋਂ ਸ਼ੁਰੂ ਹੁੰਦਾ ਜੀ, ਅੱਗੇ ਤੱਕ ਪੜ੍ਹਦੇ ਜਾਓਗੇ ਤੁਹਾਨੂੰ ਸਾਰੀ ਗੱਲ ਕਲੀਅਰ ਹੋ ਜਾਊਗੀ। ਉਹਦੇ ਵਿੱਚ ਇਸ ਆਰਡਰ 'ਚ ਉਹਨਾਂ ਨੂੰ ਇਹ ਰਿਲੀਫ ਮਿਲਿਆ ਕਿ ਜਿਹੜੇ ਨੌਨ ਅਵੇਲੇਬਲ ਵਾਰੰਟ ਸੀ ਉਹਨਾਂ ਨੇ ਉਹਨਾਂ ਨੂੰ ਸੰਮਨ 'ਚ ਤਬਦੀਲ ਕਰਤਾ। ਉਹਨਾਂ ਕਹਿ ਦਿੱਤਾ ਕਿ ਠੀਕ ਆ ਨੌਨ ਅਵੇਲੇਬਲ ਵਾਰੰਟ ਥੋੜ੍ਹੇ ਵੱਧ ਹੋ ਗਏ ਆ, ਸੰਮਨ ਉਹਨਾਂ ਨੂੰ ਇਸ਼ੂ ਕੀਤੇ ਕਿ ਤੁਸੀਂ ਜਾ ਕੇ ਲੋਅਰ ਕੋਰਟ ਦੇ ਵਿੱਚ ਕੇਸ ਲੜੋ। ਸਜ਼ਾ ਨਹੀਂ ਸੁਣਾਤੀ ਸੀਗੀ। ਕੇਸ ਲੜਨ ਦਾ ਮਤਲਬ ਕੀ ਹੁੰਦਾ ਆ ਕਿ ਸਟੇਟ ਆਪਣੇ ਐਵੀਡੈਂਸਿਸ ਰੱਖੂਗੀ ਸਾਹਮਣੇ ਜੱਜ ਸਾਹਿਬ ਦੇ ਤੇ ਸੁਖਪਾਲ ਸਿੰਘ ਖਹਿਰਾ ਜਿਹੜਾ ਆਪਣਾ ਪੱਖ ਪੇਸ਼ ਕਰਨਗੇ। ਪੱਖ ਕੇ ਪੇਸ਼ ਕਰਨ ਤੋਂ ਬਾਅਦ ਜਿਹੜਾ ਆ ਉਹ ਕੇਸ ਡਿਸਾਈਡ ਹੋਣਾ ਸੀਗਾ। ਹੁਣ ਉਹਨਾਂ ਨੇ ਕੀ ਕੀਤਾ ਕਿ ਥੱਲੇ ਲੋਅਰ ਕੋਰਟ 'ਚ ਜਾ ਕੇ ਕੇਸ ਨਹੀਂ ਲੜਿਆ, ਉਹ ਸੁਪਰੀਮ ਕੋਰਟ ਚਲ ਗਏ। ਹੁਣ ਸੁਪਰੀਮ ਕੋਰਟ ਚਲ ਗਏ। ਸੁਪਰੀਮ ਕੋਰਟ ਉਹਨਾਂ ਨੇ ਗਲਤ ਫੈਕਟਸ ਤੇ ਪਹਿਲਾਂ ਤਾਂ ਇੱਕ ਜਜਮੈਂਟ ਆਈ ਬੜੀ ਡਿਟੇਲਡ, ਕਿਉਂਕਿ ਅੱਜ ਤੱਕ ਕਦੀ ਇਦਾਂ ਹੋਇਆ ਨਹੀਂ ਸੀਗਾ ਕਿ 319 ਦਾ ਜਿਹੜਾ ਆਰਡਰ ਹੈ ਉਹ ਸੇਮ ਡੇ ਪਾਸ ਕੀਤਾ ਹੋਵੇ ਜਿੱਦਣ ਕਨਵਿਕਸ਼ਨ ਤੇ ਉਸ ਤੋਂ ਬਾਅਦ ਸੈਂਟੈਂਸ ਵੀ ਕੀਤਾ ਹੋਵੇ। ਤੇ ਉਸ ਬੇਸ ਦੇ ਵਿੱਚ ਗਲਤ ਫੈਕਟ ਪ੍ਰੈਜ਼ੈਂਟ ਕਰਕੇ ਸੁਖਪਾਲ ਖਹਿਰਾ ਨੇ ਆ ਰਿਲੀਫ ਲਿਆ। ਸੁਪਰੀਮ ਕੋਰਟ ਦੇ ਜਿਹੜਾ ਆਰਡਰ ਆ ਜੇ ਇਹਦੀ ਰਿਵਿਊ ਪਟੀਸ਼ਨ ਪੈ ਜਾਂਦੀ ਤਾਂ ਇਹਨੂੰ ਕਹਿੰਦੇ ਆ ਐਰਰ ਔਨ ਦਾ ਫੇਸ ਆਫ ਰੈਕਡ। ਰਿਵੀਜ਼ਨ ਪੈਣੀ ਚਾਹੀਦੀ ਸੀ, ਇਹਦਾ ਰਿਵਿਊ ਪੈਣਾ ਚਾਹੀਦਾ ਸੀਗਾ ਸੁਪਰੀਮ ਕੋਰਟ ਦੇ ਵਿੱਚ। ਦੇਖੋ ਹਰ ਬੰਦੇ ਦਾ ਆਪਣਾ ਆਪਣਾ ਮੰਨਣਾ ਹੈ, ਜਿੱਦਾਂ ਕਹਿ ਦਿੰਦੇ ਆ ਹਰ ਗੱਲ ਨੂੰ ਕਿ ਪੋਲੀਟੀਕਲ ਵੈਂਡੇਟਾ ਆ। ਜੇ ਪੋਲੀਟੀਕਲ ਵੈਂਡੇਟਾ ਹੁੰਦਾ ਤਾਂ ਆਹ ਆਰਡਰ ਨਹੀਂ ਹੋਣਾ ਸੀਗਾ, ਕੇਸ ਵਧੀਆ ਤਰੀਕੇ ਨਾਲ ਪ੍ਰੈਜ਼ੈਂਟ ਹੁੰਦਾ। ਇਟ ਵਾਜ਼ ਨਾਟ ਅਬਾਊਟ ਸੁਖਪਾਲ ਸਿੰਘ ਖਹਿਰਾ। ਇਹ ਬੇਸਿਕਲੀ ਇਨਸਾਫ ਜਿਹੜਾ ਮਿਲਣਾ ਸੀ, ਇਨਸਾਫ ਉਹਨਾਂ ਮਾਵਾਂ ਨੂੰ ਮਿਲਣਾ ਸੀਗਾ ਜਿਨ੍ਹਾਂ ਦੇ ਪੁੱਤ ਮਰੇ ਨਸ਼ੇ ਨਾਲ। ਗੁਰਦੇਵ ਸਿੰਘ ਦੇਬੀ ਨੇ ਜਿਨ੍ਹਾਂ ਨੂੰ ਨਸ਼ਾ ਵੇਚਿਆ, ਉਹਨਾਂ ਦੇ ਬੱਚੇ ਮਰੇ, ਉਹਨਾਂ ਲਈ ਇਨਸਾਫ ਦੀ ਗੱਲ ਸੀਗੀ।
ਤਾਂ ਇਹਦੇ ਵਿੱਚ ਹੁਣ ਗਲਤੀ ਕੀ ਹੈ ਜੀ? ਇਹਦੇ ਵਿੱਚ ਗਲਤੀ ਮੈਂ ਤੁਹਾਨੂੰ ਅੱਗੇ ਆਰਡਰ ਪੜਾਇਆ, ਉਹ 'ਚ ਕਨਵਿਕਸ਼ਨ ਸੀ। ਇਹਦੇ ਵਿੱਚ ਕੀ ਲਿਖਤਾ ਉਹਨਾਂ ਨੇ? ਕਹਿੰਦੇ ਜੀ ਇੰਡਿਸਪਿਊਟੇਬਲੀ ਇਨ ਦੀ ਪ੍ਰੈਜ਼ੈਂਟ ਕੇਸ ਦੀ ਆਰਡਰ ਅੰਡਰ ਸੈਕਸ਼ਨ 319 CRPC ਹੈਜ਼ ਬੀਨ ਪਾਸਡ ਆਫਟਰ ਦੀ ਅਕਿਊਜ਼ਡ who were facing trial were convicted and sentenced. They were convicted, yes, this is right, but they were not sentenced. ਗਲਤ ਆਰਡਰ ਆ। ਇਹ ਚੈਲੰਜ ਹੋਣਾ ਚਾਹੀਦਾ ਸੀਗਾ। ਇਹ ਉਹ ਗੱਲ ਉੱਥੇ ਹੀ ਮੁੱਕ ਜਾਣੀ ਸੀ। ਆ ਜਿਹੜੀ ਕੁਆਸ਼ਿੰਗ ਕਰਦੇ ਫਿਰਦੇ ਆ, ਗੱਲ ਫਿਰ ਮੁੱਕ ਜਾਣੀ। ਹੁਣ ਆ ਜੀ ਆਪਾਂ ਹੁਣ ਰੀਸੈਂਟ ਜਿਹੜਾ ਇਵੈਂਟ ਚੱਲ ਰਿਹਾ, ਹੁਣ ਇਹਨਾਂ ਨੇ ਕੀ ਕੀਤਾ ਕਿ ਨਾ ਆਪਣਾ ਪਾਸਪੋਰਟ ਰਿਲੀਜ਼ ਕਰਨ ਲਈ ਇੱਕ ਐਪਲੀਕੇਸ਼ਨ ਮੂਵ ਕੀਤੀ ਆ, ਉਹਦਾ ਆਰਡਰ, ਠੀਕ ਹੈ ਜੀ। ਇਹਦੇ ਵਿੱਚ ਜੱਜ ਸਾਹਿਬ ਨੇ ਲਾਸਟ ਦੇ ਵਿੱਚ ਆਪਣਾ ਇਹ ਦਿੱਤਾ, ਮੈਂ ਤੁਹਾਨੂੰ ਪੜ੍ਹ ਕੇ ਸੁਣਾਉਂਗਾ। ਉਹ ਕਹਿੰਦੇ ਜੀ ਪ੍ਰੋਸੀਡਿੰਗ ਆਫ ਦਿਸ ਕੇਸ ਅਰਾਈਜ਼ਿੰਗ ਆਊਟ ਆਫ ਸਮਨਿੰਗ ਆਰਡਰ ਡੇਟਡ 31 ਅਕਤੂਬਰ 2017 ਅੰਡਰ ਸੈਕਸ਼ਨ 319 CRPC pronounced by a learned predecessor of this court stands dropped। ਉਹ ਕਹਿੰਦੇ ਜੀ ਜਿਹੜੇ ਸੁਖਪਾਲ ਸਿੰਘ ਖਹਿਰਾ ਨੂੰ ਸੰਮਨ ਹੋਏ ਸੀ 2017 ਦੇ ਵਿੱਚ, ਉਹ ਤੋਂ ਜਿਹੜੀ ਵੀ ਕੋਈ ਪ੍ਰੋਸੀਡਿੰਗ ਅਰਾਈਜ਼ ਹੁੰਦੀ ਅਸੀਂ ਉਹਨੂੰ ਡ੍ਰੌਪ ਕਰ ਰਹੇ ਹਾਂ। ਵਿਦਆਊਟ ਪ੍ਰੈਜੂਡਿਸ to the right of state investigating agency SIT to carry out any investigation inquiry with regard to involvement of applicant other suspect in smuggling of drug or to present charge sheet under section 173। ਨਾਲ ਦੀ ਨਾਲ ਉਹਨਾਂ ਇਹ ਕਹਿ ਦਿੱਤਾ ਆ ਕਿ ਉਹ ਸਮਨਿੰਗ ਦੇ ਜਿਹੜੇ ਆਰਡਰ ਹੈ ਉਹ ਤੋਂ ਜਿਹੜੀ ਵੀ ਕੋਈ ਪ੍ਰੋਸੀਡਿੰਗ ਹੁੰਦੀ ਉਹਨੂੰ ਅਸੀਂ ਡ੍ਰੌਪ ਕਰ ਰਹੇ ਹਾਂ, ਪਰ ਸਟੇਟ ਦੀ ਜੀ ਕੋਈ ਵੀ ਏਜੰਸੀ ਹੈ, ਚਾਹੇ ਉਹ ਪੁਲਿਸ ਏਜੰਸੀ ਹੈ, ਚਾਹੇ ਉਹ ਸਿੱਟ ਆ, ਉਹਨਾਂ ਕੋਲ ਅਧਿਕਾਰ ਆ ਉਹ ਆਪਣਾ ਕੇਸ ਫਰਦਰ ਇਨਵੈਸਟੀਗੇਟ, ਇਨਕੁਆਰੀ ਜਾਂ ਕੋਈ ਚਲਾਨ ਪੇਸ਼ ਕਰਨਾ ਚਾਹੁੰਦੇ ਉਹ ਕਰ ਸਕਦੇ, ਲਿਬਰਟੀ ਦਿੱਤੀ। ਇਹ ਕੋਈ ਆਰਡਰ ਜ਼ਿਆਦਾ ਪੁਰਾਣਾ ਨਹੀਂ ਜੀ, ਆਰਡਰ ਹੈਗਾ 13 ਚੌਥਾ ਮਹੀਨਾ 2023 ਦਾ, ਇਸੇ ਸਾਲ ਦਾ। ਸਿੱਟ ਕਨਸਟੀਟਿਊਟ ਹੋਈ, ਉਹਨਾਂ ਨੇ ਆਪਣਾ ਕੀਤਾ, ਉਸ ਤੋਂ ਬਾਅਦ ਇਹਨਾਂ ਨੂੰ ਚੱਕਿਆ। ਤੇ ਹੁਣ ਜਿਹੜਾ 1.5 ਮਹੀਨੇ ਦੀ ਤੁਹਾਨੂੰ ਗੱਲ ਕਰਦਾ ਸੀਗਾ, ਅਸੀਂ ਵੀ ਆਪਸ 'ਚ ਗੱਲ ਕਰਦੇ ਕਿ ਇੰਨਾ ਬੰਦਾ ਗਲਤ ਕਿੱਦਾਂ ਬੋਲ ਸਕਦਾ। ਗਲਤ ਬੋਲਣ ਦਾ ਪਰਪਸ ਇਹ ਹੀ ਲੋਕਾਂ 'ਚ ਇਹ ਪਰਸੈਪਸ਼ਨ ਕ੍ਰੀਏਟ ਕਰਨੀ ਕਿ ਆਮ ਬੰਦਾ ਇਹ ਸੋਚੇ ਕਿ ਯਾਰ ਸੁਖਪਾਲ ਖਹਿਰਾ ਨੇ ਤੇ ਹੱਦਾਂ ਹੀ ਲੰਘਤੀਆਂ, ਇੰਨਾ ਗਲਤ ਬੋਲਿਆ, ਕੋਈ ਵੀ ਇੱਕ ਬੰਦਾ ਜਿਹੜਾ ਆ ਜਿਹੜਾ ਅਣਖ ਰੱਖਦਾ ਉਹ ਤਾਂ ਇਹਦੇ ਖਿਲਾਫ ਕਰੂ ਕਾਰਵਾਈ। ਉਹ ਬੇਸਿਕਲੀ ਇੱਕ ਇਮੇਜ ਬਣਾਈ ਗਈ, ਜਾਣ ਬੁੱਝ ਕੇ ਇੱਕ ਪਾਵਰਫੁਲ ਬੰਦਾ ਚੁਣਿਆ ਗਿਆ, ਇਹ ਸ਼ੋਅ ਕੀਤਾ ਗਿਆ, ਜਦ ਕਿ ਉਹਨਾਂ ਦਾ ਪੜਦਾ ਤੇ ਹੈਗਾ 2015 ਦਾ ਅਕਾਲੀ ਗਵਰਨਮੈਂਟ ਦਾ ਜਿਹੜਾ ਹੋਇਆ ਪਰਚਾ। ਨਾਮ ਇਹਨਾਂ ਦਾ ਕਾਂਗਰਸ ਗਵਰਨਮੈਂਟ ਦੇ ਵਿੱਚ ਆਉਂਦਾ ਆ, ਫੜੇ ਆਪ ਗਵਰਨਮੈਂਟ 'ਚ ਜਾਂਦੇ ਆ, ਉਦੋਂ ਵੀ ਪੋਲੀਟੀਕਲ ਵੈਂਡੇਟਾ ਲਿਖੀ ਜਾਂਦੇ ਆ। ਦੇਖੋ ਆ ਐਪਲੀਕੇਸ਼ਨ ਜਿਹੜੀ ਨੇ ਸਭ ਤੋਂ ਪਹਿਲੀ ਸੀ, ਇਹਦੇ 'ਚ ਉਹਨਾਂ ਨਾਂ ਨਹੀਂ, ਇਹਦੇ ਵਿੱਚ ਵੀ ਮੈਂਸ਼ਨ ਕੀਤਾ ਇਟ ਇਜ਼ ਅ ਪੋਲੀਟੀਕਲ ਵੈਂਡੇਟਾ, ਜੋ ਤੁਹਾਡਾ ਨਾਮ ਹੀ ਹੈ ਨਹੀਂ। ਹਾਊ ਕੁਡ ਯੂ ਸੇ ਪੋਲੀਟੀਕਲ ਵੈਂਡੇਟਾ? ਹੁਣ ਇਹ ਬੇਸਿਕਲੀ ਲੋਕਾਂ ਦੇ ਮਨਾਂ ਵਿੱਚ ਇਹ ਗੱਲ ਪਾਉਣ ਲਈ ਕਿ ਮੇਰੇ ਨਾਲ ਧੱਕਾ ਹੋ ਰਿਹਾ, ਮੈਂ ਵਿਕਟਿਮ ਆ, ਮੈਂ ਬੋਲਿਆ ਸੀ ਇਹਨਾਂ ਦੇ ਖਿਲਾਫ, ਇਹਨਾਂ ਮੇਰੇ ਖਿਲਾਫ ਕਾਰਵਾਈ ਕੀਤੀ। ਸੋ ਇਹ ਤਰੀਕਾ। ਦੂਜੀ ਗੱਲ, ਕਈ ਵਾਰੀ ਆਪਾਂ ਗੱਲ ਕਰਦੇ ਨੇ ਕਿ ਅਰੈਸਟ ਕਿਉਂ ਕਰਨ ਦੀ ਲੋੜ ਸੀਗੀ, ਅਰੈਸਟ ਕਿਉਂ ਕਰਨ ਦੀ ਲੋੜ ਸੀਗੀ। ਆ ਇੱਥੇ ਥੱਲੇ ਆਰਡਰ ਹੈ ਜੀ, ਈਡੀ ਦਾ ਜਿਹੜਾ ਕੇਸ ਆ, ਈਡੀ ਦਾ ਕੇਸ ਖਤਮ ਨਹੀਂ ਹੋਇਆ। ਇਹਨਾਂ ਨੇ ਇੱਕ ਡਿਸਚਾਰਜ ਦੀ ਐਪਲੀਕੇਸ਼ਨ ਲਾਈ ਸੀਗੀ, ਡਿਸਚਾਰਜ ਦੀ ਐਪਲੀਕੇਸ਼ਨ ਦੀ ਕਾਪੀ ਆ ਹੈ ਜੀ। ਡਿਸਚਾਰਜ ਦੀ ਐਪਲੀਕੇਸ਼ਨ ਲਾਈ ਕਿ ਮੇਰੇ ਖਿਲਾਫ ਜਿਹੜੀਆਂ ਪ੍ਰੋਸੀਡਿੰਗਸ ਹੈ ਇਹਨਾਂ ਨੂੰ ਡ੍ਰੌਪ ਕਰ ਦਿੱਤਾ ਜਾਵੇ, ਕਿਉਂਕਿ ਸੁਪਰੀਮ ਕੋਰਟ ਨੇ ਮੇਰਾ ਸੰਮਨ ਕੁਆਸ਼ ਕਰ ਦਿੱਤਾ, ਸੰਮਨ ਦੇ ਬੇਸ ਤੇ ਕੇਸ ਸੀ, ਜੱਜ ਸਾਹਿਬ ਨੇ ਡਿਸਮਿਸ ਕਰਤੀ। ਇਹ ਡਿਸਮਿਸ ਕਰਨ ਦਾ ਮਤਲਬ ਉਹਨਾਂ ਕਿਹਾ ਕਿ ਇਹ ਸੀਰੀਅਸ ਕ੍ਰਾਈਮ ਆ, ਬਹੁਤ ਸੀਰੀਅਸ ਗੱਲ ਆ, ਤੇ ਉਹਨਾਂ ਦੀ ਜਿਹੜੀ ਸੁਪਰੀਮ ਕੋਰਟ ਦੀ ਜਿਹੜਾ ਮੰਨਿਆ ਕਿ ਠੀਕ ਹੈ ਕੁਆਸ਼ ਕਰ ਦਿੱਤੀ, ਪਰ ਇਹ ਪ੍ਰੋਸੀਡਿੰਗ ਅਸੀਂ ਡ੍ਰੌਪ ਨਹੀਂ ਕਰਾਂਗੇ। ਨਾਲ ਦੀ ਨਾਲ ਉਹਨਾਂ ਨੇ ਵਿੱਚ ਆਪਣੇ ਇਹ ਮੰਗਿਆ ਕਿ ਮੈਨੂੰ ਅਮਰੀਕਾ ਤੇ ਕੈਨੇਡਾ ਜਾਣ ਦੀ ਇਜਾਜ਼ਤ ਦਿੱਤੀ ਜਾਵੇ। ਹੁਣ ਤੁਸੀਂ ਇਹ ਦੱਸੋ ਕਿ ਇੱਕ ਇੰਟਰਨੈਸ਼ਨਲ ਡਰੱਗ ਰੈਕੇਟ ਦੀ ਆਪਾਂ ਗੱਲ ਕਰਦੇ ਹਾਂ, ਪੰਜਾਬ ਲੈਵਲ ਤੇ ਨਸ਼ਾ ਵੇਚਣ ਦੀ, ਬਾਹਰ ਗਲਤ ਬੰਦਿਆਂ ਨਾਲ, ਮੇਜਰ ਸਿੰਘ ਜਿਹੜਾ ਹੈ ਬਾਜਵਾ ਇਹ ਯੂਕੇ ਦਾ, ਚਰਨਜੀਤ ਜਿਹੜੀ ਕੌਰ ਆ ਉਹ ਵੀ ਯੂਕੇ ਦੀ ਹੈ, ਮਤਲਬ ਇੱਕ ਇਹਦੇ ਤਾਰ ਜਿਹੜੇ ਆ ਵੱਖ-ਵੱਖ ਦੇਸ਼ਾਂ ਨਾਲ ਜੁੜਦੇ ਆ। ਉਹ ਬੰਦਾ ਉਹਦੇ ਵਿੱਚ ਪ੍ਰਾਈਮ ਸਸਪੈਕਟ ਹੋਵੇ, ਪੁਲਿਸ ਤੁਹਾਨੂੰ ਲੱਗਦਾ ਜਾਣ ਦਊਗੀ ਉਹਨੂੰ ਬਾਹਰ? ਇਹ ਵੀ ਇੱਕ ਟਿਪੀਕਲ ਕੇਸ ਹੋ ਜਾਊਗਾ, ਜਿੱਦਾਂ ਨੀਰਵ ਮੋਦੀ ਚਲਾ ਗਿਆ, ਵਿਜੇ ਮਾਲਿਆ ਚਲਾ ਗਿਆ, ਬਾਅਦ 'ਚ ਫਿਰ ਹੱਥ ਮਲਦੇ ਕਹਿੰਦੇ ਜੀ ਐਕਸੀਡੇਟ ਕਰਾਵਾਂਗੇ, ਲਿਆਵਾਂਗੇ, ਪ੍ਰੋਸੀਜਰ ਕਰਾਂਗੇ, ਤੇ ਇਹਨਾਂ ਕੋਰਟ ਜਾਂ ਸਾਰਾ ਕੁਝ ਇਹਦੇ ਪ੍ਰੂਫ ਐਵੀਡੈਂਸਿਸ ਹੋਣ ਦੇ ਬਾਵਜੂਦ ਇਸ ਬੰਦੇ ਨੂੰ ਬਾਹਰ ਕਿੱਦਾਂ ਜਾਣ ਦਿੰਦੇ? ਗੱਲ ਫਿਰ ਇਹੀ ਹੋਣੀ ਹੀ ਨਹੀਂ, ਪੰਜਾਬ ਗਵਰਨਮੈਂਟ ਨੇ ਜਾਂ ਆਪਣੀ ਪੁਲਿਸ ਕੀ ਕਰਦੀ ਸੀਗੀ। ਬੇਸਿਕਲੀ ਇਸ ਬੰਦੇ ਦਾ ਮੋਟਿਵ ਕੀ ਸੀਗਾ ਕਿ ਜੇ ਤੇ ਇਹ ਸੱਚਾ ਆ ਤਾਂ ਇਹ ਥੱਲੇ ਲੋਅਰ ਕੋਰਟ 'ਚ ਚੁੱਪਚਾਪ ਸਿੱਧੇ ਤਰੀਕੇ ਨਾਲ ਜਾ ਕੇ ਕੇਸ ਲੜੇ। ਇਹਨੂੰ ਕਿਹੜਾ ਕੋਈ ਸਜ਼ਾ ਦਿੱਤੀ, ਜਿੱਦਾਂ ਹੁਣ ਚੱਕ ਕੇ ਲੈ ਕੇ ਕੋਈ ਫਾਂਸੀ ਥੋੜਾ ਦੇ ਦੇਣ ਲੱਗੇ ਆ। ਰਿਮਾਂਡ ਲਈ ਉਸ ਤੋਂ ਬਾਅਦ ਇਵੈਂਚੁਅਲੀ ਕੇਸ ਤੇ ਕੋਰਟ ਦੇ ਵਿੱਚ ਚੱਲਣਾ ਆ। ਕੋਰਟ ਦੇ ਵਿੱਚ ਜਿਹੜੇ ਇਹਨਾਂ ਕੋਲ ਹੋਣਗੇ ਐਵੀਡੈਂਸਿਸ ਸਟੇਟ ਦੇ ਕੋਲ, ਸਟੇਟ ਆਪਣੇ ਇੱਧਰ ਰੱਖਣਗੇ ਟੇਬਲ ਤੇ ਮੋਹਰੇ ਜੱਜ ਸਾਹਿਬ ਦੇ, ਇਹ ਉਹਨੂੰ ਰਿਬਟ ਕਰੇ, ਕਵੇ ਕਿ ਇਹ ਗਲਤ ਆ, ਪ੍ਰੂਵ ਕਰ ਦੇਵੇ।
ਇਹ ਬੇਸਿਕਲੀ ਇੰਨੇ ਸਾਲਾਂ ਦਾ, ਜਿੱਦਾਂ ਕਈ ਵਾਰੀ ਕਹਿੰਦੇ 8 ਸਾਲ ਹੋ ਗਏ, 8 ਸਾਲ ਕਿੱਦਾਂ ਹੋ ਗਏ ਜੀ? 8 ਸਾਲ ਤਾਂ ਬੇਸਿਕਲੀ ਇਹਨੇ ਬਣਾਏ ਆ। ਚੱਲ ਵੀ ਸੁਪਰੀਮ ਕੋਰਟ, ਹੁਣ ਸੁਪਰੀਮ ਕੋਰਟ ਤੋਂ ਅੱਗੇ ਵੀ ਕੋਈ ਕੋਰਟ ਹੁੰਦੀ ਉੱਥੇ ਵੀ ਚੱਲ ਜਾਣਾ ਇਹਨੇ। ਇਹ ਬੇਸਿਕਲੀ ਟਾਈਮ ਬਾਇੰਗ ਟੈਕਟਿਕਸ ਆ ਇਹਨਾਂ ਦੇ। ਮੈਂ ਤੁਹਾਨੂੰ ਅੱਗੇ ਵੀ ਗੱਲ ਕਰਦਾ ਆ, ਇਹਨਾਂ ਨੂੰ ਬਹੁਤ ਇਹਨਾਂ ਦੇ ਰਿਲੇਸ਼ਨ ਹੈ ਜੁਡੀਸ਼ਰੀ ਦੇ ਵਿੱਚ, ਤੇ ਹੁਣ ਬਾਰ-ਬਾਰ ਧੱਕਾ ਕਰਦੇ ਆ। ਤੁਸੀਂ ਇੱਕ ਵੀਡੀਓ ਇਹਨਾਂ ਦੀ ਜਦੋਂ ਆ ਗੱਡੀ 'ਚ ਚੜਾਉਂਦੇ ਆ, ਤੁਸੀਂ ਦੇਖੀ ਵੀਡੀਓ, ਜਦੋਂ ਸਵੇਰੇ ਅਰੈਸਟ ਕਰਦੇ ਆ, ਅਰੈਸਟ ਕਰਕੇ ਜੋ ਗੱਡੀ 'ਚ ਬਿਠਾਉਣ ਲੱਗੇ ਤੇ ਡੀਐਸਪੀ ਨੂੰ ਨਾਲ ਨਹੀਂ ਬੈਠਣ ਦਿੰਦਾ ਇਹ, ਕਹਿੰਦਾ ਜੀ ਪਰੇ ਉਹ ਇੱਥੇ ਮੈਂ ਤੰਗ ਹੋ ਕੇ ਬਹਿਣਾ, ਕੰਫਰਟੇਬਲ ਚੱਲੀਏ, ਤੁਸੀਂ ਉੱਤਰ ਜਾਓ ਗੱਡੀ 'ਚੋਂ। ਇਹਨੂੰ ਧੱਕਾ ਕਹਿੰਦੇ ਆਪਾਂ। ਧੱਕਾ ਤੇ ਮੈਂ ਇਸ ਗੱਲ ਨੂੰ ਕਹਿੰਦਾ ਹੈ, ਧੱਕਾ ਤਾਂ ਇਹ ਸੀਗਾ, ਆਹ ਧੱਕਾ ਸੀ ਕਿ ਇੱਕ ਬੰਦਾ ਜਿਹੜਾ ਖੋਜਬੀਨ ਕਰਦਾ ਸੀਗਾ, ਜਿਹੜੇ ਬੰਦੇ ਗਾਇਬ ਹੋ ਗਏ ਉਹਨਾਂ ਦੀ ਖੋਜਬੀਨ ਕਰਦਾ ਸੀਗਾ, ਉਹਦਾ ਆਪ ਦਾ ਪਤਾ ਥੀ ਨਹੀਂ ਲੱਗਾ, ਇਹਨੂੰ ਕਹਿੰਦੇ ਧੱਕਾ। ਧੱਕਾ ਇਹ ਸੀਗਾ ਕਿ ਜਿਹੜਾ ਇਹਦੇ ਫਾਦਰ ਦੇ ਟਾਈਮ ਦੇ ਉੱਤੇ ਜਿਹੜੀਆਂ ਇਹਨਾਂ ਨੇ ਜ਼ੁਲਮ ਕੀਤੇ, ਜਿਹੜੇ ਸੁਖਪਾਲ ਖਹਿਰਾ ਦੇ ਫਾਦਰ ਨੇ, ਖਾਲਿਸਤਾਨ ਦਾ ਨਾਮ ਲਿਆ, ਨਾਰਾ ਲਵਾਇਆ ਖਾਲਿਸਤਾਨ ਦਾ, ਕਿਹਾ ਕਿ ਕਿਹਨੂੰ ਕਿਹਨੂੰ ਖਾਲਿਸਤਾਨ ਚਾਹੀਦਾ ਹੱਥ ਖੜਾ ਕਰੇ। ਸਪੀਚ ਦਿੱਤੀ, ਸਪੀਚ ਤੁਹਾਨੂੰ ਉਹਦੀ ਵੀਡੀਓ ਭੇਜ ਦੂੰਗਾ ਸਾਰਿਆਂ ਕੋਲ। ਹੱਥ ਖੜੇ ਕਰਾਏ, ਕਹਿੰਦੇ ਇਦਾਂ ਨਹੀਂ ਗੱਲ ਬਣਨੀ, ਗੱਲ ਬਣਨੀ ਸਿਰ ਦੇਣੇ ਪੈਣੇ ਆ। ਉਹ ਬੰਦਿਆਂ ਨੂੰ ਅੱਗੇ ਤੋਰ ਕੇ ਉਹ ਬੰਦਿਆਂ ਦੀ ਬਾਅਦ ਚੋਂ ਕੁਰਬਾਨੀ ਦਿੱਤੀ, ਉਹਨਾਂ ਦਾ ਆਪ ਉਹਨਾਂ ਦੀ ਮੁਖਬਰੀ ਕੀਤੀ। ਡਬਲ ਏਜੰਟ ਸੀਗੇ ਸੁਖਪਾਲ ਖਹਿਰਾ ਦੇ ਫਾਦਰ, ਤੇ ਇਹ ਵੀ ਉਹੀ ਹੈ। ਇਹ ਮੈਂ ਬੜਾ ਕਲੀਅਰ ਮੈਸੇਜ ਦੇਣਾ ਚਾਹੁੰਦਾ ਪੰਜਾਬੀਆਂ ਨੂੰ, ਜਿਹੜੇ ਖਾਸ ਕਰਕੇ ਐਨਆਰਆਈ, ਇੱਥੇ ਤੇ ਲੋਕਾਂ ਨੂੰ ਫਿਰ ਵੀ ਪਤਾ, ਬਾਹਰ ਸਿਰਫ ਇਹ ਆ ਕਿ ਫੇਸਬੁੱਕ ਤੇ ਬੋਲਿਆ। ਹੁਣ ਆਪਾਂ ਗੱਲ ਕਰਦੇ ਪਾਣੀ ਦਾ, ਕਦੀ ਕਹਿੰਦਾ ਜੀ ਪਾਣੀ ਦਾ ਮੁੱਦਾ, ਪਾਣੀ ਦੇ ਮੁੱਦਿਆਂ ਤੇ ਗੱਲ ਕਰਦੇ ਆ। ਮੈਨੂੰ ਇੱਕ ਗੱਲ ਇਹ ਸਮਝਾਵੇ, ਅੱਜ ਤੋਂ ਸੱਚ ਪਹਿਲਾਂ ਇਹਦੀ ਗੱਲ ਕੰਪਲੀਟ ਸੁਣ ਲਿਓ ਜੀ। ਆ ਜਿਹੜੀਆਂ ਫੋਟੋਆਂ ਦੇਖ ਰਹੇ ਨਾ ਜਿਹੜੇ ਬੰਦੇ, ਜਿਹੜਾ ਸਭ ਤੋਂ ਲਾਸਟ ਵਾਲਾ ਬੰਦਾ ਹੈ ਰਾਮਗੜ੍ਹ ਪਿੰਡ ਦਾ, ਜਿੱਥੋਂ ਸੁਖਪਾਲ ਸਿੰਘ ਖਹਿਰਾ ਰਹਿਣ ਵਾਲਾ, ਇਹਨੂੰ ਕੀ ਇਨਸਾਫ ਮਿਲਿਆ? ਧੱਕਾ ਤੇ ਇਹਨੂੰ ਕਹਿੰਦੇ ਨਾ ਕਿ ਇੱਕ ਮੁੰਡਾ ਘਰੋਂ ਗਿਆ ਹੋਵੇ ਤੇ ਵਾਪਸ ਨਾ ਆਵੇ। ਧੱਕਾ ਤੇ ਇਹ ਹੈ ਨਾ ਕਿ ਇੱਕ ਜਿਹੜਾ ਬੱਚਾ ਆ ਨਸ਼ੇ ਦੀ ਓਵਰਡੋਜ਼ ਨਾਲ ਮਰ ਜਾਵੇ। ਤੁਸੀਂ ਇਹ ਦੇਖੋ ਕਿੱਡੀ ਹਾਸੋਹੀਣੀ ਗੱਲ ਆ ਕਿ ਇਹਦਾ ਨਾਮ ਨਸ਼ੇ ਦੇ ਵਿੱਚ ਆਉਂਦਾ, ਅਜੇ ਇਨੋਸੈਂਟ ਪ੍ਰੂਵ ਨਹੀਂ ਹੋਇਆ, ਪਰ ਲੋਕਾਂ 'ਚ ਇਨੋਸੈਂਟ ਆਪਣੇ ਆਪ ਨੂੰ ਕਹਿੰਦਾ ਮੈਂ ਇਨੋਸੈਂਟ ਆ।